Good morning, students. Now we will discuss the topic number 4th of 4th chapter. ਅੱਜ ਆਪਾਂ ਡਿਸਕਸ ਕਰਨਾ ਕਿ ਡਿਮਾਂਡ ਸਕੇਜੂਲ ਕੀ ਆ, ਡਿਮਾਂਡ ਕਰਵ ਕੀ ਆ। ਡਿਮਾਂਡ ਸਕੇਜੂਲ ਨੂੰ ਮੰਗ ਸੂਚੀ ਅਤੇ ਡਿਮਾਂਡ ਕਰਵ ਨੂੰ ਮੰਗ ਵਕਰ ਕਿਹਾ ਜਾਂਦਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਮੰਗ ਸੂਚੀ ਕੀ ਆ, ਡਿਮਾਂਡ ਸਕੇਜੂਲ ਕੀ ਆ। Demand schedule refers to the functional relationship between the price and the quantity demanded. ਠੀਕ ਹੈ, ਤੁਸੀਂ ਕੀ ਕਹਿਣਾ ਹੈ ਕਿ ਡਿਮਾਂਡ ਸਕੇਜੂਲ ਕੀ ਆ? ਇਹ ਫੰਕਸ਼ਨਲ ਰਿਲੇਸ਼ਨਸ਼ਿਪ ਆ ਕਿਹਦੇ ਵਿਚਕਾਰ? ਪ੍ਰਾਈਜ਼ ਤੇ ਕੁਆਂਟੀਟੀ ਡਿਮਾਂਡਡ। ਜਿਹੜੇ ਕਿਸੇ ਵੀ ਵਸਤੂ ਦੇ ਪ੍ਰਾਈਜ਼ ਤੇ ਉਹ ਪ੍ਰਾਈਜ਼ ਤੇ ਆਪਾਂ ਕਿੰਨੀ ਕੁਆਂਟੀਟੀ ਡਿਮਾਂਡ ਕਰ ਰਹੇ ਹਾਂ, ਕਿੰਨੀ ਮਾਤਰਾ ਉਸ ਵਸਤੂ ਦੀ ਲੈ ਰਹੇ ਹਾਂ, ਉਹਦੇ ਵਿਚਕਾਰ ਕੀ ਆ ਰਿਲੇਸ਼ਨਸ਼ਿਪ ਨੂੰ ਸ਼ੋ ਕਰਦਾ। ਸੋ ਦੇਖੋ, ਮੰਗ ਸੂਚੀ ਤਾਲਿਕਾ ਮੰਗ ਦੀ ਮਾਤਰਾ ਅਤੇ ਕੀਮਤ ਵਿਚਾਲੇ ਸਬੰਧ ਨੂੰ ਪੇਸ਼ ਕਰਦੀ ਹੈ। ਮੰਗ ਦੀ ਮਾਤਰਾ ਅਤੇ ਕੀਮਤ ਵਿਚਾਲੇ ਕਿਹਨੂੰ ਸਬੰਧ ਨੂੰ ਕੀ ਕਰਦੀ ਹੈ? ਪੇਸ਼ ਕਰਦੀ ਹੈ। ਕੌਣ? ਮੰਗ ਸੂਚੀ, ਡਿਮਾਂਡ ਸਕੇਜੂਲ। ਇਸ ਤੋਂ ਅੱਗੇ ਦੇਖੋ, ਇਟ ਇਜ਼ ਅ ਟੇਬਲ ਔਰ ਸਕੇਜੂਲ। ਕਹਿੰਦੇ ਇਹ ਇੱਕ ਤਰ੍ਹਾਂ ਦਾ ਟੇਬਲ ਹੁੰਦਾ, ਤਾਲਿਕਾ ਹੁੰਦੀ ਆ, ਜਾਂ ਫਿਰ ਇੱਕ ਤਰ੍ਹਾਂ ਦਾ ਕੀ ਹੈ? ਸੂਚੀ ਹੁੰਦੀ ਹੈ, ਸਕੇਜੂਲ ਹੁੰਦਾ। ਵਿਚ ਸ਼ੋਜ਼ ਦਾ ਅਦਰ ਥਿੰਗਸ ਰਿਮੇਨਿੰਗ ਕੌਂਸਟੈਂਟ। ਇਹ ਕੀ ਸ਼ੋ ਕਰਦਾ? ਕਹਿੰਦੇ ਇਹਦੇ ਵਿੱਚ ਵੀ ਇਹ ਮੰਨ ਲਿਆ ਜਾਂਦਾ ਕਿ ਬਾਕੀ ਸਾਰੀਆਂ ਚੀਜ਼ਾਂ ਕੌਂਸਟੈਂਟ ਰਹਿਣ ਤੇ, ਸਮਾਨ ਰਹਿਣ ਤੇ, ਜਦੋਂ ਕਹਿੰਦੇ ਕਿ ਆ ਪ੍ਰਾਈਜ਼ ਤੇ ਕੁਆਂਟੀਟੀ ਡਿਮਾਂਡਡ ਦੇ ਵਿੱਚ ਕੀ ਸ਼ੋ ਕਰਦਾ? ਇਹ ਰਿਲੇਸ਼ਨਸ਼ਿਪ ਨੂੰ ਸ਼ੋ ਕਰਦਾ। ਆਫ ਅ ਗੁੱਡ ਐਟ ਡਿਫਰੈਂਟ ਪ੍ਰਾਈਜ਼। ਮਤਲਬ ਜਦੋਂ ਪ੍ਰਾਈਜ਼ ਕਿਸੇ ਵੀ ਗੁੱਡ ਦਾ ਡਿਫਰੈਂਟ ਹੁੰਦਾ, ਮਤਲਬ ਜਾਂ ਫਿਰ ਉਹ ਪ੍ਰਾਈਜ਼ ਕੀ ਆ? ਵੱਧ ਹੋ ਸਕਦਾ ਜਾਂ ਘੱਟ ਹੋ ਸਕਦਾ। ਜੇ ਵੱਧ ਹੋਊਗਾ ਆਪਾਂ ਘੱਟ ਚੀਜ਼ ਖਰੀਦਾਂਗੇ, ਜੇ ਪ੍ਰਾਈਜ਼ ਘੱਟ ਹੋਊਗਾ ਤਾਂ ਵੱਧ। ਠੀਕ ਹੈ, ਇਹ ਪ੍ਰਾਈਜ਼ ਦੇ ਡਿਫਰੈਂਟ ਲੈਵਲਸ ਤੇ ਕਿਹਦਾ ਸੰਬੰਧ ਪ੍ਰਗਟ ਕਰਦਾ? ਪ੍ਰਾਈਜ਼ ਤੇ ਕੁਆਂਟੀਟੀ ਡਿਮਾਂਡ ਦਾ ਸੰਬੰਧ ਨੂੰ ਦਿਖਾਉਂਦਾ। ਜਦੋਂ ਕੀ ਆ ਬਾਕੀ ਚੀਜ਼ਾਂ ਕੀ ਆ ਇਹਦੇ ਵਿੱਚ ਕੌਂਸਟੈਂਟ ਮੰਨ ਲਈਆਂ ਜਾਂਦੀਆਂ, ਸਥਿਰ ਮੰਨ ਲਈਆਂ ਜਾਂਦੀਆਂ, ਵੀ ਉਹਨਾਂ ਵਿੱਚ ਕੋਈ ਚੀਜ਼ ਨਹੀਂ ਆਉਂਦਾ। ਇਸ ਤੋਂ ਅੱਗੇ ਦੇਖੋ, ਆ ਗ੍ਰਾਫਿਕ ਪ੍ਰੈਜੈਂਟੇਸ਼ਨ ਆਫ ਡਿਮਾਂਡ ਸਕੇਜੂਲ ਇਜ਼ ਕਾਲਡ ਦਾ ਡਿਮਾਂਡ ਕਰਵ। ਹੁਣ ਆਪਾਂ ਡਿਸਕਸ ਕਰਨਾ ਕਿ ਡਿਮਾਂਡ ਕਰਵ ਕੀ ਆ, ਮੰਗ ਸੂਚੀ, ਮੰਗ ਵਕਰ ਕੀ ਆ। ਕਹਿੰਦੇ ਇਹ ਇੱਕ ਤਰ੍ਹਾਂ ਦੀ ਕਿਹਦੀ? ਗ੍ਰਾਫਿਕ ਪ੍ਰੈਜੈਂਟੇਸ਼ਨ ਆ। ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਡਿਮਾਂਡ ਸਕੇਜੂਲ, ਜੋ ਆਪਾਂ ਆਹ ਵਾਲਾ ਡਿਮਾਂਡ ਸਕੇਜੂਲ ਬਣਾਇਆ ਜਿਹਦੇ ਵਿੱਚ ਆਪਾਂ ਕਿਹਨੂੰ ਸ਼ੋ ਕੀਤਾ? ਇੱਕ ਪਾਸੇ ਪ੍ਰਾਈਜ਼ ਨੂੰ, ਇੱਕ ਪਾਸੇ ਕੁਆਂਟੀਟੀ ਡਿਮਾਂਡਡ ਨੂੰ। ਹੁਣ ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਕੀ ਆ ਆਪਾਂ ਗ੍ਰਾਫ ਤੇ ਬਣਾ ਦੇਵਾਂਗੇ, ਪ੍ਰੈਜੈਂਟ ਕਰ ਦਾਂਗੇ, ਤਾਂ ਉਹਨੂੰ ਕੀ ਕਹਾਂਗੇ ਆਪਾਂ? ਡਿਮਾਂਡ ਕਰਵ ਕਹਾਂਗੇ। ਸੋ ਇਟ ਸ਼ੋਜ਼ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਵੇਰੀਅਸ ਕੁਆਂਟੀਟੀਜ਼ ਆਫ ਆ ਕਮੋਡਿਟੀ ਵਿਚ ਵਿਲ ਬੀ ਬੌਟ ਐਟ ਡਿਫਰੈਂਟ ਪ੍ਰਾਈਜ਼। ਠੀਕ ਹੈ, ਇਹ ਕਿਹਦੇ ਵਿਚਕਾਰ ਰਿਲੇਸ਼ਨਸ਼ਿਪ ਨੂੰ ਸ਼ੋ ਕਰਦਾ, ਸੰਬੰਧ ਨੂੰ ਪ੍ਰਗਟ ਕਰਦਾ, ਜਦੋਂ ਕੀ ਆ ਕਿਸੇ ਵੀ ਵਸਤੂ ਦੇ ਡਿਫਰੈਂਟ ਪ੍ਰਾਈਜ਼ ਆ ਤੇ ਉਸ ਡਿਫਰੈਂਟ ਪ੍ਰਾਈਜ਼ ਤੇ ਕੀ ਜਿਹੜਾ ਇੱਕ ਕੰਜ਼ਿਊਮਰ ਆ ਕਿੰਨੀ ਕੁਆਂਟੀਟੀ ਆ, ਕਿੰਨੀ ਕਿਸੇ ਵਸਤੂ ਦੀ ਕੀ ਆ ਕੁਆਂਟੀਟੀ ਆ, ਉਹ ਕੀ ਆ ਬਾਏ ਕਰ ਰਿਹਾ। ਠੀਕ ਹੈ, ਖਰੀਦ ਰਿਹਾ। ਅੱਗੇ ਦੇਖੋ, ਕੋਰਸਪੋਂਡਿੰਗ ਟੂ ਟੂ ਆਸਪੈਕਟਸ ਆਫ ਡਿਮਾਂਡ। ਕਹਿੰਦੇ ਜਿਹੜੀ ਇਹ ਡਿਮਾਂਡ ਸਕੇਜੂਲ ਅਤੇ ਡਿਮਾਂਡ ਜਿਹੜੀ ਕਰਵ ਆ ਉਹਨੂੰ 2 ਪਾਰਟਸ ਦੇ ਵਿੱਚ ਕੀ ਹੈ? ਡਿਵਾਈਡ ਕੀਤਾ ਜਾਂਦਾ, ਕਲਾਸੀਫਾਈਡ ਕੀਤਾ ਜਾਂਦਾ। ਫਸਟ ਕੀ ਆ? ਇੰਡੀਵਿਜੂਅਲ ਡਿਮਾਂਡ ਸਕੇਜੂਲ ਅਤੇ ਇੰਡੀਵਿਜੂਅਲ ਡਿਮਾਂਡ ਕਰਵ। ਠੀਕ ਹੈ, ਸੈਕਿੰਡ ਹੈਗਾ ਮਾਰਕੀਟ ਡਿਮਾਂਡ ਸਕੇਜੂਲ ਐਂਡ ਮਾਰਕੀਟ ਡਿਮਾਂਡ ਕਰਵ। ਫਸਟ ਕੀ ਹੈ? ਫਸਟ ਦੇ ਵਿੱਚ ਇੰਡੀਵਿਜੂਅਲ ਲਿਆ ਗਿਆ, ਮਤਲਬ ਇੱਕ ਪਰਸਨ ਦੀ ਗੱਲ ਕਰਨਗੇ। ਠੀਕ ਹੈ, ਸੈਕਿੰਡ ਕੀ ਲਿਆ ਗਿਆ? ਇੱਕ ਮਾਰਕੀਟ ਲਈ ਗਈ। ਆਪਾਂ ਨੂੰ ਪਤਾ ਵੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਜ਼ਿਊਮਰਸ ਹੁੰਦੇ ਆ। ਠੀਕ ਹੈ, ਜਦੋਂ ਗੱਲ ਕਿਹਦੀ ਆ ਗਈ? ਬਾਜ਼ਾਰ ਦੀ ਗੱਲ ਆ ਗਈ। ਆਪਾਂ ਨੂੰ ਪਤਾ ਹੋਊਗਾ ਵੀ ਉੱਥੇ ਇੱਕ ਜਾਣਾ ਤਾਂ ਖਰੀਦਦਾ ਨਹੀਂ ਵਸਤੂਆਂ, ਉੱਥੇ ਵਸਤੂਆਂ ਨੂੰ ਖਰੀਦਣ ਲਈ ਬਹੁਤ ਸਾਰੇ ਕੀ ਹੈ? ਕੰਜ਼ਿਊਮਰ ਹੁੰਦੇ ਆ। ਸੋ ਇਹਨੂੰ 2 ਪਾਰਟਸ ਦੇ ਵਿੱਚ ਤੁਸੀਂ ਯਾਦ ਰੱਖਣਾ ਕਿ ਵੰਡਿਆ ਜਾਂਦਾ। ਫਸਟ ਹੈਗਾ ਵਿਅਕਤੀਗਤ, ਦੂਸਰਾ ਹੈਗਾ ਬਾਜ਼ਾਰ। ਠੀਕ ਹੈ, ਇੰਡੀਵਿਜੂਅਲ ਤੇ ਮਾਰਕੀਟ। ਸਭ ਤੋਂ ਪਹਿਲਾਂ ਆਪਾਂ ਫਸਟ ਡਿਸਕਸ ਕਰਦੇ ਹਾਂ। ਦੇਖੋ, ਇੰਡੀਵਿਜੂਅਲ ਡਿਮਾਂਡ ਸਕੇਜੂਲ ਕੀ ਆ? ਵਿਅਕਤੀਗਤ ਮੰਗ ਸੂਚੀ ਕੀ ਆ? ਇੰਡੀਵਿਜੂਅਲ ਡਿਮਾਂਡ ਸਕੇਜੂਲ ਇਜ਼ ਅ ਟੇਬਲ। ਠੀਕ ਹੈ, ਇੱਕ ਤਰ੍ਹਾਂ ਦਾ ਟੇਬਲ ਆ ਜਾਂ ਸਕੇਜੂਲ ਹੈ, ਸੂਚੀ ਆ, ਜਾਂ ਫਿਰ ਇੱਕ ਤਰ੍ਹਾਂ ਦੀ ਤਾਲਿਕਾ। ਵਿਚ ਇੰਡੀਕੇਟਸ, ਜਾਂ ਇੱਥੇ ਆਪਾਂ ਕਹਿ ਦਿੰਦੇ ਹਾਂ ਇੰਡੀਕੇਟਸ ਮਤਲਬ ਸ਼ੋ, ਕੀ ਸ਼ੋ ਕਰਦੀ ਆ? ਕਿਹਦੇ ਵੱਲ ਇੰਡੀਕੇਟ ਕਰਦੀ ਹੈ? ਹਾਊ ਮਚ ਆ ਕੰਜ਼ਿਊਮਰ ਇਜ਼ ਵਿਲਿੰਗ ਐਂਡ ਏਬਲ ਟੂ ਬਾਏ ਐਟ ਡਿਫਰੈਂਟ ਪ੍ਰਾਈਜ਼ ਲੈਵਲ ਡਿਊਰਿੰਗ ਅ ਸਰਟਨ ਪੀਰੀਅਡ ਆਫ ਟਾਈਮ। ਇੱਥੇ ਯਾਦ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਇੱਕ ਲਿਖਣਾ ਆਪਾਂ ਸਰਟਨ ਪੀਰੀਅਡ ਆਫ ਟਾਈਮ, ਮਤਲਬ ਪੀਰੀਅਡ ਆਫ ਟਾਈਮ ਦਿੱਤਾ ਹੁੰਦਾ, ਜਿਵੇਂ ਇੱਕ ਦਿਨ ਹੋ ਗਿਆ। ਠੀਕ ਹੈ, ਜਾਂ ਘੰਟਿਆਂ ਦੇ ਵਿੱਚ ਹੋ ਗਿਆ। ਠੀਕ ਹੈ, ਇੱਦਾਂ ਨਹੀਂ ਕਹਿਣਾ ਵੀ ਇੱਕ ਚੀਜ਼ ਤਾਂ ਅੱਜ ਖਰੀਦੀ, ਇੱਕ ਅਗਲੇ ਸਾਲ ਖਰੀਦ ਲਈ। ਇਹਦੇ ਵਿੱਚ ਇੱਕ ਸਰਟਨ, ਇੱਕ ਨਿਸ਼ਚਿਤ ਕੀ ਹੈ ਟਾਈਮ ਪੀਰੀਅਡ ਦਿੱਤਾ ਹੁੰਦਾ। ਠੀਕ ਹੈ, ਉਹ ਟਾਈਮ ਪੀਰੀਅਡ ਵਿੱਚ ਇੱਕ ਕੋਈ ਵੀ ਆ ਕੰਜ਼ਿਊਮਰ ਹੈ, ਇੱਕ ਵਿਕਰੇਤਾ। ਠੀਕ ਹੈ, ਇਹਦੇ ਵਿੱਚ ਆਪਾਂ ਇੰਡੀਵਿਜੂਅਲ ਦੀ ਗੱਲ ਕਰਨੀ ਹੈ, ਵਿਅਕਤੀ ਦੀ ਗੱਲ ਕਰਨੀ ਹੈ, ਇੱਕ ਵਿਅਕਤੀ ਦੀ।
ਤੇ ਇੱਕ ਕੰਜ਼ਿਊਮਰ ਉਹ ਡਿਫਰੈਂਟ ਪ੍ਰਾਈਜ਼ਸ ਤੇ ਕਿੰਨੀਆਂ ਵਸਤੂਆਂ ਲੈਣ ਲਈ ਕੀ ਆ ਤਿਆਰ ਹੁੰਦਾ ਤੇ ਉਹਦੇ ਕੋਲ ਉਹਨਾਂ ਨੂੰ ਬਾਏ ਕਰਨ ਲਈ ਪੈਸੇ ਹੁੰਦੇ ਆ। ਸੋ ਇਹੀ ਪ੍ਰਾਈਜ਼ ਲੈਵਲਸ ਨੂੰ ਵੱਖ-ਵੱਖ ਕੀ ਆ ਕੁਆਂਟੀਟੀਜ਼ ਨੂੰ ਇਹ ਸ਼ੋ ਕਰਦਾ। ਠੀਕ ਹੈ, ਦੇਖੋ ਵਿਅਕਤੀਗਤ ਮੰਗ ਸੂਚੀ ਇਹ ਦੱਸਦੀ ਹੈ ਕਿ ਕਿਸੇ ਵਸਤੂ ਦੀ ਕੀਮਤ ਦੇ ਵੱਖ-ਵੱਖ ਪੱਧਰਾਂ ਤੇ ਮਤਲਬ ਇੱਕ ਕੋਈ ਵੀ ਵਸਤੂ ਆ ਉਹਦੀ ਕੀਮਤ ਦੇ ਵੱਖ-ਵੱਖ ਪੱਧਰਾਂ ਤੇ ਕੋਈ ਉਪਭੋਗਤਾ ਕਿੰਨੀ ਵਸਤੂ ਖਰੀਦਣੀ ਚਾਹੇਗਾ। ਠੀਕ ਹੈ, ਜੇ ਉਹਦਾ ਪ੍ਰਾਈਜ਼ ਆਪਾਂ ਨੂੰ ਪਤਾ ਵੱਧਦਾ ਤਾਂ ਉਹ ਕੀ ਆ ਘੱਟ ਵਸਤੂ ਖਰੀਦੂਗਾ, ਜੇ ਘੱਟ ਪ੍ਰਾਈਜ਼ ਆ ਤੇ ਵੱਧ ਵਸਤੂਆਂ ਖਰੀਦੂਗਾ। ਠੀਕ ਹੈ, ਸੋ ਵੱਖ-ਵੱਖ ਪ੍ਰਾਈਜ਼ ਦੇ ਪੱਧਰਾਂ ਤੇ ਲੈਵਲਸ ਤੇ ਕੋਈ ਉਪਭੋਗਤਾ ਕਿੰਨੀ ਵਸਤੂ ਖਰੀਦੂਗਾ ਉਹਨੂੰ ਕੀ ਆ ਸ਼ੋ ਕਰਦਾ ਕੀ ਆ ਇੰਡੀਵਿਜੂਅਲ ਡਿਮਾਂਡ ਸਕੈਜੂਲ। ਅੱਗੇ ਦੇਖੋ ਇੰਡੀਵਿਜੂਅਲ ਡਿਮਾਂਡ ਸਕੈਜੂਲ ਕੀ ਆ। ਠੀਕ ਹੈ, ਆਪਾਂ ਪੜ੍ਹਿਆ ਸੀ ਇਟ ਇਜ਼ ਅ ਟੇਬਲ, ਇਹ ਇੱਕ ਤਰ੍ਹਾਂ ਦਾ ਟੇਬਲ ਆ। ਦੇਖੋ ਹੁਣ ਆਪਾਂ ਟੇਬਲ ਬਣਾ ਦਿੱਤਾ ਜਿਹਦੇ ਇੱਕ ਸਾਈਡ ਤੇ ਕੀ ਲੈਣਾ ਆਪਾਂ ਪ੍ਰਾਈਸ ਤੇ ਇੱਕ ਪਾਸੇ ਕੀ ਲੈਣਾ ਕੁਆਂਟੀਟੀ ਡਿਮਾਂਡਡ। ਠੀਕ ਹੈ, ਕੁਆਂਟੀਟੀ ਲੈਣੀ ਹੈ ਇੱਕ ਸਾਈਡ ਤੇ। ਹੁਣ ਇਧਰਲੇ ਪਾਸੇ ਪ੍ਰਾਈਸ ਆਪਾਂ ਰੁਪੀਜ਼ ਦੇ ਵਿੱਚ ਲਵਾਂਗੇ ਕਿਉਂਕਿ ਆਪਾਂ ਇੰਡੀਆ 'ਚ ਰਹਿੰਦੇ ਹਾਂ ਤੇ ਇੰਡੀਆ ਵਿੱਚ ਕੀ ਚੱਲਦੇ ਆ ਰੁਪੀਜ਼ ਚੱਲਦੇ ਆ। ਠੀਕ ਹੈ, ਤੇ ਇਧਰ ਕੁਆਂਟੀਟੀ ਮਤਲਬ ਇੱਕ ਵਸਤੂ ਆ ਕੋਈ ਵੀ, ਮੰਨ ਲਓ ਆਪਾਂ ਐਪਲਸ ਖਰੀਦ ਰਹੇ ਹਾਂ ਉਹਨੂੰ 1 ਕਿਲੋ ਦੇ ਹਿਸਾਬ ਨਾਲ ਲੈਂਦੇ ਹਾਂ। ਠੀਕ ਹੈ, ਉਹਨੂੰ ਸ਼ੋ ਕੀਤਾ ਗਿਆ। ਸੋ ਦੇਖੋ ਜਦੋਂ ਕਿਸੇ ਐਪਲ ਦਾ ਪ੍ਰਾਈਜ਼ ਮਤਲਬ 1 ਕਿਲੋ ਦੇ ਹਿਸਾਬ ਦੇ ਨਾਲ ਪਹਿਲਾਂ ਕੀ ਆ 1 ਕਿਲੋ ਐਪਲਸ 10 ਰੁਪਏ ਦੇ ਮਿਲਦੇ ਸੀ, ਉਦੋਂ ਕਿੰਨੇ ਉਹ 5 ਕਿਲੋ ਖਰੀਦਦਾ ਸੀ। ਜਦੋਂ ਉਹਦਾ ਪ੍ਰਾਈਜ਼ ਵੱਧਦਾ ਗਿਆ 20 ਹੋ ਗਿਆ 30 ਹੋ ਗਿਆ 40 ਹੋ ਗਿਆ 50 ਹੋ ਗਿਆ ਤੇ ਉਹ ਆਪਦੀ ਕੁਆਂਟੀਟੀ ਘਟਾਉਂਦਾ ਗਿਆ। ਆਪਾਂ ਪਹਿਲਾਂ ਵੀ ਪੜ੍ਹਿਆ ਸੀ ਇਹਦਾ ਲੌ ਕੀ ਹੈ, ਡਿਮਾਂਡ ਦਾ ਲੌ ਕੀ ਹੈ, ਜਦੋਂ ਪ੍ਰਾਈਜ਼ ਕੀ ਹੈ ਵੱਧਦਾ ਉਵੇਂ ਡਿਮਾਂਡ ਘਟਦੀ ਜਾਂਦੀ ਹੈ। ਸੋ ਇੱਧਰ ਪ੍ਰਾਈਜ਼ ਵੱਧ ਰਿਹਾ ਤੇ ਡਿਮਾਂਡ ਘਟਦੀ ਜਾ ਰਹੀ ਹੈ। ਇਹ ਕੀ ਹੈ ਡਿਮਾਂਡ ਸਕੈਜੂਲ ਇੱਕ ਇੰਡੀਵਿਜੂਅਲ ਦਾ। ਇਸ ਤੋਂ ਅੱਗੇ ਆਪਾਂ ਕੀ ਸ਼ੋ ਕਰਨਾ, ਅੱਗੇ ਆਪਾਂ ਇਹਦੀ ਕਰਵ ਬਣਾਉਣੀ ਆ। ਦੇਖੋ ਇੱਕ ਬਹੁਤ ਹੀ ਪ੍ਰਸਿੱਧ ਆਪਣੇ ਕੀ ਆ ਇਕਨੋਮਿਕਸਟ ਆ, ਠੀਕ ਹੈ ਸੈਮੂਅਲਸਨ, ਉਹਨਾਂ ਦੇ ਅਕੋਰਡਿੰਗ ਦੇਖੋ ਇਹ ਕੀ ਆ ਡਿਮਾਂਡ ਕਰਵ ਕੀ ਆ ਦਾ ਪਿਕਚਰਾਈਜੇਸ਼ਨ ਆਫ ਦਾ ਡਿਮਾਂਡ ਸਕੈਜੂਲ ਇਜ਼ ਕਾਲਡ ਦਾ ਡਿਮਾਂਡ ਕਰਵ। ਜਦੋਂ ਕਿਸੇ ਵੀ ਕੀ ਕਹਿੰਦੇ ਆ ਜਿਹੜੀ ਆਹ ਡਿਮਾਂਡ ਸਕੈਜੂਲ ਆ ਉਹਦੀ ਪਿਕਚਰਾਈਜੇਸ਼ਨ ਕਰਦੇ ਆ, ਜਦੋਂ ਆਪਾਂ ਉਹਨੂੰ ਗ੍ਰਾਫਿਕ ਤੌਰ ਤੇ ਦਿਖਾਉਂਦੇ ਆ ਤਾਂ ਉਹਨੂੰ ਕੀ ਕਿਹਾ ਜਾਂਦਾ ਡਿਮਾਂਡ ਕਰਵ ਕਿਹਾ ਜਾਂਦਾ। ਦੇਖੋ ਹੁਣ ਆਪਾਂ ਇਹਦੀ ਕਰਵ ਬਣਾਉਂਦੇ ਆ, ਇੱਕ ਸਾਈਡ ਤੇ ਵਾਈ ਐਕਸਿਸ ਤੇ ਪ੍ਰਾਈਜ਼ ਲੈ ਲੈਣਾ ਤੇ ਐਕਸ ਐਕਸਿਸ ਤੇ ਕੁਆਂਟੀਟੀ ਲੈ ਲੈਣੀ ਹੈ। ਸੋ ਇਧਰਲੇ ਪਾਸੇ ਕੀ ਆ ਪ੍ਰਾਈਜ਼, ਇਧਰਲੇ ਪਾਸੇ ਕੁਆਂਟੀਟੀ ਜੋ ਆਪਾਂ ਕੇਜੀ ਦੇ ਰੂਪ ਵਿੱਚ ਖਰੀਦ ਰਹੇ ਹਾਂ ਤੇ ਰੁਪੀਜ਼ ਦੇ ਰੂਪ ਵਿੱਚ ਆਪਾਂ ਕੀ ਆ ਪ੍ਰਾਈਜ਼ ਆ। ਕਹਿੰਦੇ ਜਦੋਂ ਕੀ ਆ ਪ੍ਰਾਈਜ਼ 10 ਰੁਪਏ ਸੀ ਤਾਂ ਉਹ ਕਿੰਨੇ ਕਿਲੋ ਸੇਬ ਖਰੀਦਦਾ ਸੀ 5। ਜਦੋਂ 20 ਹੋ ਗਿਆ ਉਹਨੇ ਘਟਾਤੀ 4। ਜਦੋਂ 10 ਸੀ ਤਾਂ ਉਹ 3 ਕਿਲੋ ਖਰੀਦਦਾ ਸੀ, ਜਦੋਂ 40 ਸੀ ਤਾਂ ਉਹ 2 ਕਿਲੋ। ਠੀਕ ਹੈ, ਜਦੋਂ ਸਭ ਤੋਂ ਜ਼ਿਆਦਾ ਪ੍ਰਾਈਜ਼ ਵੱਧ ਗਿਆ 50 ਰੁਪਏ ਹੋ ਗਿਆ ਤਾਂ ਉਹਨੇ 1 ਕਿਲੋ ਖਰੀਦਣਾ ਸ਼ੁਰੂ ਕਰਤਾ। ਸੋ ਇਹ ਕੀ ਆ ਆਪਾਂ ਕਰਵ ਬਣਾ ਰਹੇ ਹਾਂ। ਸੋ ਜਦੋਂ ਆਹ ਵਾਲੇ ਪੁਆਇੰਟਸ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਦੇਵਾਂਗੇ ਤਾਂ ਆਪਣੇ ਕੋਲ ਕੀ ਆ ਜਾਊਗੀ ਡਿਮਾਂਡ ਕਰਵ ਆ ਜਾਊਗੀ। ਦੇਖੋ ਸੋ ਆਪਾਂ ਇਹਨੂੰ ਮਿਲਾ ਦਿੰਦੇ ਹਾਂ ਤਾਂ ਇਹ ਕੀ ਬਣ ਜੂਗੀ ਇੱਕ ਡੀ ਕਰਵ ਬਣ ਜੂਗੀ ਜਿਹਨੂੰ ਡਿਮਾਂਡ ਕਰਵ ਕਿਹਾ ਜਾਂਦਾ। ਓਕੇ, ਇਸ ਤੋਂ ਅੱਗੇ ਸੇਮ ਹੀ ਆ। ਦੇਖੋ ਮਾਰਕੀਟ ਡਿਮਾਂਡ ਸਕੈਜੂਲ ਕੀ ਹੁੰਦਾ, ਬਾਜ਼ਾਰੀ ਮੰਗ ਸੂਚੀ ਕੀ ਹੁੰਦਾ। ਠੀਕ ਹੈ, ਇਹਦੇ ਵਿੱਚ ਆਪਾਂ ਬਾਜ਼ਾਰ ਦੀ ਗੱਲ ਕੀਤੀ, ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਕੰਜ਼ਿਊਮਰਸ ਹੋਣਗੇ। ਸੋ ਦੇਖੋ ਮਾਰਕੀਟ ਡਿਮਾਂਡ ਸਕੈਜੂਲ ਇਜ਼ prepared by adding at demand schedule of different consumers in the market। ਇੱਕ ਮਾਰਕੀਟ ਦੇ ਵਿੱਚ ਕਹਿੰਦੇ ਵੱਖ-ਵੱਖ ਕੰਜ਼ਿਊਮਰਸ ਹੁੰਦੇ ਆ, ਉਹਨਾਂ ਦੁਆਰਾ ਕੀ ਡਿਮਾਂਡ ਕੀਤੀ ਗਈ ਆ। ਠੀਕ ਹੈ, ਪ੍ਰਾਈਜ਼ ਦੇ ਵੱਖ-ਵੱਖ ਪੱਧਰਾਂ ਤੇ ਕੀ ਡਿਮਾਂਡ ਕੀਤੀ ਗਈ ਆ ਉਹਨਾਂ ਦਾ ਕੀ ਆ ਇਹ ਐਡਿੰਗ ਆ, ਉਹਨਾਂ ਦਾ ਕੀ ਆ ਪਲੱਸ ਆ। ਇਸ ਤੋਂ ਬਿਨਾਂ ਦੇਖੋ ਮਾਰਕੀਟ ਡਿਮਾਂਡ ਸਕੈਜੂਲ ਇਜ਼ ਦਾ ਸਮੀਸ਼ਨ ਆਫ ਡਿਮਾਂਡ ਸਕੈਜੂਲ ਆਫ ਆਲ ਕੰਜ਼ਿਊਮਰਸ ਇਨ ਦਾ ਮਾਰਕੀਟ। ਠੀਕ ਹੈ, ਮਾਰਕੀਟ ਦੇ ਵਿੱਚ ਜਿੰਨੇ ਵੀ ਸਾਰੇ ਕੰਜ਼ਿਊਮਰ ਆ, ਠੀਕ ਹੈ ਉਹਨਾਂ ਦਾ ਕੀ ਹੈ ਸਮੀਸ਼ਨ ਆ। ਸਮੀਸ਼ਨ ਯਾਦ ਰੱਖਣਾ ਕਿ ਕਿਸੇ ਵੀ ਚੀਜ਼ ਨੂੰ ਜਦੋਂ ਐਡ ਕੀਤਾ ਜਾਂਦਾ, ਠੀਕ ਹੈ ਉਹਨੂੰ ਸਮੀਸ਼ਨ ਕਿਹਾ ਜਾਂਦਾ। ਸਮੀਸ਼ਨ ਨੂੰ ਇੱਦਾਂ ਵੀ ਦਿਖਾਇਆ ਜਾਂਦਾ। ਠੀਕ ਹੈ, ਦੇਖੋ ਬਾਜ਼ਾਰ ਮੰਗ ਸੂਚੀ ਤੋਂ ਭਾਵ ਦਿੱਤੀ ਹੋਈ ਵਸਤੂ ਦੀਆਂ ਮਾਤਰਾਵਾਂ ਤੋਂ ਹੈ। ਠੀਕ ਹੈ, ਦਿੱਤੀਆਂ ਹੋਈਆਂ ਮਾਤਰਾਵਾਂ ਤੋਂ ਹੈ ਜਿਹੜੀਆਂ ਸਾਰੇ ਉਪਭੋਗਤਾ ਕਿਸੇ ਦਿੱਤੇ ਹੋਏ ਸਮੇਂ ਤੇ ਸੰਭਾਵੀ ਕੀਮਤਾਂ ਉੱਪਰ ਖਰੀਦਦੇ ਹਨ। ਠੀਕ ਹੈ, ਜੋ ਵੀ ਬਹੁਤ ਸਾਰੇ ਉਪਭੋਗਤਾ ਮਤਲਬ ਬਾਜ਼ਾਰ ਵਿੱਚ ਜਿੰਨੇ ਵੀ ਉਪਭੋਗਤਾ ਵੱਖ-ਵੱਖ ਕੀਮਤ ਤੇ, ਠੀਕ ਹੈ ਕਿੰਨੇ ਕੀ ਆ ਵੱਖ-ਵੱਖ ਕੀਮਤਾਂ ਦੇ ਕਿੰਨੀਆਂ ਮਾਤਰਾਵਾਂ ਖਰੀਦਦੇ ਆ, ਠੀਕ ਹੈ ਖਰੀਦਣ ਨੂੰ ਤਿਆਰ ਹੁੰਦੇ ਆ, ਉਹਨੂੰ ਕੀ ਆ ਮੰਗ ਸੂਚੀ ਕਿਹਾ ਜਾਂਦਾ, ਬਾਜ਼ਾਰ ਮੰਗ ਸੂਚੀ ਕਿਹਾ ਜਾਂਦਾ। ਫॉर ਮੇਕਿੰਗ ਮਾਰਕੀਟ ਡਿਮਾਂਡ ਸਕੈਜੂਲ, ਮਾਰਕੀਟ ਡਿਮਾਂਡ ਸਕੈਜੂਲ ਬਣਾਉਣਾ ਆਪਾਂ। ਠੀਕ ਹੈ, ਇਹ ਕਹਿੰਦੇ ਬਣਾਉਣ ਦੇ ਲਈ ਆਪਾਂ ਨੂੰ ਇਹ ਅਜ਼ਿਊਮ ਕਰਨਾ ਪਊਗਾ, ਆਪਾਂ ਨੂੰ ਕੀ ਮੰਨ ਕੇ ਚੱਲਣਾ ਪੈਣਾ। ਇਹ ਇੰਪੋਰਟੈਂਟ ਫੈਕਟਰ ਆ ਕਿ ਬਾਜ਼ਾਰ ਦੇ ਵਿੱਚ 3 ਕੰਜ਼ਿਊਮਰਸ ਮਤਲਬ ਬਾਜ਼ਾਰ ਦੇ ਵਿੱਚ 3 ਉਪਭੋਗਤਾ ਜੋ ਵਸਤੂਆਂ ਨੂੰ ਖਰੀਦ ਰਹੇ ਆ। ਠੀਕ ਹੈ, ਇੱਕ ਵਸਤੂ ਨੂੰ ਖਰੀਦ ਰਹੇ ਆ
ਕੰਜ਼ਿਊਮਰ ਦੇ ਨਾਮ ਰੱਖ ਲਾਂਗੇ, ਕੰਜ਼ਿਊਮਰ A B C ਇਨ ਦਾ ਮਾਰਕੀਟ। ਠੀਕ ਹੈ, ਮਾਰਕੀਟ ਦੇ ਵਿੱਚ ਕੀ ਆ ਸੋਚ ਲੈਣਾ ਆਪਾਂ, ਮੰਨ ਕੇ ਚੱਲਣਾ ਸਿਰਫ ਕਿ 3 ਕੰਜ਼ਿਊਮਰ ਆ। ਠੀਕ ਹੈ, ਹੁਣ ਆਪਾਂ ਕੀ ਆ ਇਹਦਾ ਸਕੈਜੂਲ ਬਣਾਵਾਂਗੇ। ਮਾਰਕੀਟ ਡਿਮਾਂਡ ਸਕੈਜੂਲ ਕਿਵੇਂ ਬਣਦਾ, ਆਪਾਂ ਨੂੰ ਪਤਾ ਮਾਰਕੀਟ ਦੀ ਗੱਲ ਆ ਗਈ, ਉੱਥੇ ਕੀ ਹੈ ਇੱਕ ਤੋਂ ਵੱਧ ਕੇ ਕੀ ਕੰਜ਼ਿਊਮਰ ਹੋਣਗੇ। ਆਪਾਂ ਮੰਨ ਕੇ ਚੱਲੇ ਆ ਵੀ 3 ਕੰਜ਼ਿਊਮਰ ਆ, ਕੰਜ਼ਿਊਮਰ A, ਕੰਜ਼ਿਊਮਰ B, ਕੰਜ਼ਿਊਮਰ C। ਆਪਾਂ ਕੀ ਆ ਆਪਾਂ ਰਿਲੇਸ਼ਨਸ਼ਿਪ ਦਿਖਾ ਰਹੇ ਹਾਂ ਕਿਹਦੇ ਵਿਚਕਾਰ, ਪ੍ਰਾਈਜ਼ ਤੇ ਕੁਆਂਟੀਟੀ ਡਿਮਾਂਡਡ। ਸੇਮ ਉੱਦਾਂ ਹੀ ਲਿਖ ਲੈਣਾ। ਪ੍ਰਾਈਜ਼ ਆਪਣਾ ਕਿੰਨਾ ਸੀਗਾ 10 20 30 40 50, ਇਹ ਉੱਦਾਂ ਹੀ ਸੇਮ ਰੱਖਣਾ। ਠੀਕ ਹੈ, ਉਸ ਪ੍ਰਾਈਜ਼ ਤੇ ਕੰਜ਼ਿਊਮਰ A ਆ ਜਿਹੜੇ 5 ਕਿਲੋ ਕੀ ਆ ਸੇਬ ਜਿਹੜੇ ਐਪਲਸ ਖਰੀਦ ਰਹੇ ਸੀ। ਠੀਕ ਹੈ, ਫਿਰ ਉਹਦੇ ਜਿੱਦਾਂ ਹੀ ਕੀ ਆ ਪ੍ਰਾਈਜ਼ ਵੱਧਦਾ ਗਿਆ ਤੇ ਇਹ ਕੀ ਆ ਕੁਆਂਟੀਟੀ ਘਟਾਉਂਦਾ ਗਿਆ। ਇਸ ਤੋਂ ਬਿਨਾਂ ਅੱਗੇ B ਆ, ਉਹਦਾ ਹੋਰ ਕੋਈ ਟੇਸਟ ਆ। ਠੀਕ ਹੈ, ਉਹ ਕੀ ਆ ਉਹ ਵੱਧ ਖਰੀਦਦਾ ਸੀ, ਜਦੋਂ 10 ਰੁਪਏ ਦੇ ਸੀ ਤਾਂ ਉਹ 10 ਕਿਲੋ ਖਰੀਦਦਾ ਸੀ। ਫਿਰ ਜਦੋਂ ਪ੍ਰਾਈਜ਼ ਵੱਧ ਗਿਆ ਉਹਨੇ 8 ਕਰਤੇ, 6 ਕਰਤੇ, 4 ਕਰਤੇ, 2 ਕਰਤੇ। ਸੋ ਜਿਹੜਾ ਤੀਜਾ ਸੀ ਉਹ ਉਦੋਂ ਜ਼ਿਆਦਾ ਖਰੀਦਦਾ ਸੀਗਾ, ਕਿਉਂਕਿ ਵੱਖ-ਵੱਖ ਕੰਜ਼ਿਊਮਰ ਆ, ਵੱਖ-ਵੱਖ ਤਰੀਕੇ ਦੇ ਨਾਲ ਖਰੀਦੂਗਾ। ਪਰ ਇਹਨਾਂ ਦਾ ਕਿੱਦਾਂ ਰੱਖਣਾ ਆਪਾਂ ਵੀ ਜਿਵੇਂ ਜਿਵੇਂ ਕੀ ਆ ਪ੍ਰਾਈਜ਼ ਵੱਧਦਾ ਜਾਊਗਾ। ਠੀਕ ਹੈ, ਪ੍ਰਾਈਜ਼ ਵੱਧਦਾ ਜਾਊਗਾ ਤੇ ਉਵੇਂ ਉਵੇਂ ਡਿਮਾਂਡ ਆ ਜਿਹੜੀ ਉਹਦੀ ਘਟਦੀ ਜਾਊਗੀ। ਸੋ ਪਹਿਲਾਂ 15 ਸੀ, ਇਹਨੇ 12 ਕਰਤੀ, ਫਿਰ 9 ਕਰਤੀ, ਫਿਰ 6 ਕਰਤੀ, ਫਿਰ 3 ਕਰਤੀ। ਸੋ ਦੇਖੋ ਕਹਿੰਦੇ ਆਪਾਂ ਮਾਰਕੀਟ ਡਿਮਾਂਡ ਸਕੈਜੂਲ ਕਿਵੇਂ ਬਣਾਉਣਾ, ਮਾਰਕੀਟ ਡਿਮਾਂਡ ਕਿਵੇਂ ਤਿਆਰ ਹੋਊਗੀ, ਜਦੋਂ ਆਪਾਂ ਸਾਰੇ ਕੰਜ਼ਿਊਮਰਸ ਦੇ ਜਿਹੜੀ ਕੁਆਂਟੀਟੀ ਆ ਉਹਨੂੰ ਕੀ ਆ ਪਲੱਸ ਕਰ ਦਾਂਗੇ, A + B + C। ਸੋ 5 + 10 + 15 30 ਬਣ ਗਏ। ਠੀਕ ਹੈ, ਇੱਦਾਂ ਹੀ ਇੱਦਾਂ 4 8 12 ਨੂੰ ਪਲੱਸ ਕਰਕੇ ਇੱਦਾਂ ਬਣ ਗਏ। ਠੀਕ ਹੈ, ਹੁਣ ਦੇਖੋ 1 2 3 ਨੂੰ ਪਲੱਸ ਕਰਕੇ 6 ਬਣ ਗਏ। ਇਹ ਕੀ ਆਪਣੇ ਕੋਲ ਡਿਮਾਂਡ ਬਣ ਜੂਗੀ, ਮਾਰਕੀਟ ਡਿਮਾਂਡ ਆ ਜੂਗੀ। ਸੋ ਇਸ ਤੋਂ ਬਾਅਦ ਕੀ ਆ ਮਾਰਕੀਟ ਡਿਮਾਂਡ ਕਰਵਸ ਬਣਾਉਣੀਆਂ ਆਪਣੇ ਲਈ ਬਹੁਤ ਸੌਖੀਆਂ ਹੋ ਜਾਣਗੀਆਂ। ਪਹਿਲਾਂ A ਕੰਜ਼ਿਊਮਰ ਕਿੰਨੀ ਡਿਮਾਂਡ ਕਰਦਾ, B ਕੰਜ਼ਿਊਮਰ ਕਿੰਨੀ ਡਿਮਾਂਡ ਕਰਦਾ, C ਕੰਜ਼ਿਊਮਰ ਆ ਕਿੰਨੀ ਡਿਮਾਂਡ ਕਰਦਾ, ਉਹਦੀ ਵੱਖ-ਵੱਖ ਕੀ ਆ ਡਿਮਾਂਡ ਕਰਵਸ ਬਣਾ ਦੇਣੀ ਆ। ਠੀਕ ਹੈ, ਕਿਹਦੇ ਬੇਸ ਤੇ ਬਣਾਉਣੀ ਆ ਆਪਾਂ, ਉਹਨਾਂ ਦੇ ਪ੍ਰਾਈਜ਼ ਆਹੀ ਲੈਣੇ ਆ, ਸੇਮ ਪ੍ਰਾਈਜ਼ ਆ। ਦੇਖੋ 10 20 30 40, 10 20 30 40 50। ਠੀਕ ਹੈ, ਪ੍ਰਾਈਜ਼ ਸੇਮ ਆ, ਪਰ ਕੀ ਆ ਕੁਆਂਟੀਟੀ ਚੇਂਜ ਹੋ ਰਹੀ ਸੀ ਨਾ। ਉੱਦਾਂ ਹੀ ਫਸਟ A ਕੰਜ਼ਿਊਮਰ ਦੀ ਕਿੰਨੀ ਸੀ 2 ਤੋਂ ਸਟਾਰਟ ਹੋ ਕੇ ਕਿੰਨੀ ਤੱਕ ਸੀ 10 ਤੱਕ ਸੀਗਾ। ਉੱਦਾਂ ਹੀ ਆਪਾਂ ਕੀ ਆ ਜਿਹੜੀ ਆਹ ਸਾਰੀ ਕੀ ਆ ਆਪਾਂ ਸ਼ੋਅ ਕਰ ਦੇਣੀ ਆ। ਠੀਕ ਹੈ, ਵੀ ਕਿੰਨੀ ਕਿੰਨੀ ਖਰੀਦ ਰਿਹਾ। ਠੀਕ ਹੈ, ਇਹ ਅਲੱਗ-ਅਲੱਗ ਬਣੂਗੀ ਸਾਰਿਆਂ ਦੀ, ਬਹੁਤ ਈਜ਼ੀ ਆ। ਇਸ ਤੋਂ ਅੱਗੇ ਆਪਾਂ ਹੁਣ ਆਹ ਵਾਲੀਆਂ 3 ਕਰਵਸ ਤਾਂ ਬਣਾਤੀਆਂ, ਹੁਣ ਆਪਾਂ ਬਣਾਉਣੀ ਆ ਲਾਸਟ ਤੇ। ਦੇਖੋ ਮਾਰਕੀਟ ਡਿਮਾਂਡ ਕਰਵ ਆਪਾਂ ਪਤਾ ਵੀ ਜਦੋਂ ਸਾਰੇ ਕੰਜ਼ਿਊਮਰ ਦੀ ਡਿਮਾਂਡ ਜਿਹੜੀ ਕੁਆਂਟੀਟੀ ਡਿਮਾਂਡਡ ਆ ਉਹਨੂੰ ਪਲੱਸ ਕਰ ਦਿੱਤਾ ਜਾਂਦਾ ਤਾਂ ਉਦੋਂ ਆਪਾਂ ਨੂੰ ਕੀ ਪਤਾ ਲੱਗ ਜਾਂਦਾ ਕਿ ਮਾਰਕੀਟ ਡਿਮਾਂਡ ਕਰਵ ਕੀ ਆ। ਠੀਕ ਹੈ, A + B + C। ਆਪਾਂ ਨੂੰ ਪਤਾ ਵੀ ਪ੍ਰਾਈਜ਼ਸ ਸੇਮ ਸੀਗੇ। ਠੀਕ ਹੈ, ਮਾਰਕੀਟ ਪ੍ਰਾਈਜ਼ ਆਪਾਂ ਲਾਸਟ ਵਾਲੇ ਪੁਆਇੰਟ ਨੂੰ ਕੀ ਆ ਆਪਾਂ ਡਿਮਾਂਡ ਕਰਵ ਬਣਾਵਾਂਗੇ, ਮਾਰਕੀਟ ਡਿਮਾਂਡ ਕਰਵ। ਦੇਖੋ ਪਹਿਲਾਂ ਜਦੋਂ 10 ਰੁਪਏ ਪ੍ਰਾਈਜ਼ ਸੀ ਤਾਂ ਉਹ ਕਿੰਨੀ ਕੁਆਂਟੀਟੀ ਖਰੀਦ ਰਿਹਾ ਸੀ 30, ਸਾਰਿਆਂ ਨੂੰ ਪਲੱਸ ਕਰਕੇ। ਫਿਰ ਜਦੋਂ 20 ਹੋ ਗਈ ਤਾਂ ਉਹ 24 ਖਰੀਦਦਾ ਸੀ। ਇਸੇ ਤਰ੍ਹਾਂ ਜਦੋਂ 30 ਹੋ ਗਈ 18। ਠੀਕ ਹੈ, 40 ਹੋ ਗਿਆ ਜਦੋਂ ਪ੍ਰਾਈਜ਼ ਤਾਂ ਉਹ 12 ਖਰੀਦਦਾ ਸੀ। ਤੇ ਜਦੋਂ ਕੀ ਆ 50 ਰੁਪਏ ਪ੍ਰਾਈਜ਼ ਸੀਗਾ ਉਹਦਾ, ਠੀਕ ਹੈ ਐਪਲਸ ਦਾ, ਤਾਂ ਉਹ ਕੀ ਆ 6 ਕਿਲੋ ਖਰੀਦਦਾ ਸੀ। ਇਸੇ ਤਰ੍ਹਾਂ ਆਪਾਂ ਨੂੰ ਪਲੱਸ ਕਰਕੇ ਆ ਸਾਰੀਆਂ ਕੁਆਂਟੀਟੀਜ਼ ਕੀ ਆ ਪਤਾ ਚੱਲੀਆਂ ਤੇ ਆਪਾਂ ਉਹਨੂੰ ਰੀਪ੍ਰਜੈਂਟ ਕਰਤਾ ਸਿੰਪਲੀ। ਸੋ ਆਪਣਾ ਟੌਪਿਕ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।